ਸਤਿ ਸ਼੍ਰੀ ਅਕਾਲ ਦੋਸਤੋ। ਆਓ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜੀ ਇਮਾਨ ਸਿੰਘ ਮਾਨ ਹੋਰਾਂ ਦੇ ਨਾਲ, ਜਿਹੜੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬੇਟੇ ਨੇ, ਪਰ ਆਪਣੇ ਧੀਮੇ ਮਜਾਜ ਮਿੱਠ ਬੋਲੇਪਣ ਕਰਕੇ ਬਹੁਤ ਲੋਕਾਂ ਵਿੱਚ ਹਰਮਨ ਪਿਆਰੇ ਨੇ। ਹੁਣੇ ਉਹਨਾਂ ਨੇ ਸਰਹੰਦ ਤੋਂ ਚੋਣ ਲੜੀ ਹੈ ਇਸ ਵਿਧਾਨ ਸਭਾ ਦੀ। ਅੱਜ ਰਿਲੈਕਸ ਮੂਡ ਦੇ ਵਿੱਚ ਨੇ ਅਤੇ ਆਓ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਕੁਝ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ। ਮਾਨ ਸਾਹਿਬ, ਕਿਵੇਂ ਫਿਰ ਮਹਿਸੂਸ ਹੋ ਰਿਹਾ ਅੱਜ ਚੋਣਾਂ ਤੋਂ ਬਾਅਦ? ਅੱਜ ਪਹਿਲਾ ਦਿਨ ਆ ਤੁਹਾਡਾ ਵੋਟਾਂ ਤੋਂ ਬਾਅਦ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਅੱਛਾ ਲੱਗ ਰਿਹਾ ਜੀ। ਸਾਡੇ ਜਥੇਦਾਰ ਵੱਖ-ਵੱਖ ਪੋਲਿੰਗ ਬੂਥਾਂ ਤੋਂ ਆ ਕੇ ਆਪਣਾ ਦੱਸ ਰਹੇ ਹੈ ਕਿ ਉਹਨਾਂ ਦਾ ਕੀ ਰਿਹਾ ਹੈਗਾ ਨਤੀਜਾ, ਅਤੇ ਚੜ੍ਹਦੀ ਕਲਾਂ ਵਾਲੀਆਂ ਗੱਲਾਂ ਆ ਰਹੀਆਂ ਸਾਡੇ ਕਨੀ। ਅਤੇ ਅੱਜ ਫਿਰ ਦਿਨ ਕਿਵੇਂ ਬਿਤਾਇਆ ਸਾਰਾ? ਅੱਜ ਪਹਿਲਾਂ ਤਾਂ ਜੀ ਸਵੇਰੇ ਇੱਕ ਭੋਗ ਸੀਗਾ ਸਮਰਥਕਾਂ ਦਾ, ਖੁਸ਼ੀ ਦਾ, ਉੱਥੇ ਹੋ ਕੇ ਆਏ। ਦੁਪਹਿਰੇ ਇੱਕ ਮਰਗਤ ਦਾ ਸੀਗਾ, ਉਹਦੇ ਵਿੱਚ ਜਿਹੜੇ ਆਏ ਗਏ ਉਹਨਾਂ ਨਾਲ ਬੈਠ ਕੇ ਗੱਲ ਕੀਤੀ। ਫਿਰ ਸਰ ਦੀਪ ਸਿੰਘ ਸਿੱਧੂ ਦੇ ਦੇਹਾਂਤ 'ਤੇ ਉਰੇ ਉਹਨਾਂ ਦਾ ਭੋਗ ਪੈਣਾ, ਉਹ ਜਰਾ ਬਾਬਿਆਂ ਨੂੰ ਬੇਨਤੀ ਕਰਕੇ ਆਏ ਆ ਜਿਹੜੇ ਕਾਰ ਸੇਵਾ ਕਰਦੇ ਹੈਗੇ ਆ ਕਿ ਲੰਗਰ ਅਸੀਂ ਵੱਖ-ਵੱਖ ਥਾਂ ਲਾ ਦਈਏ, ਕਿਉਂਕਿ ਜਿੰਨਾ ਰਸ਼ ਆਉਣਾ ਹੈ ਅਸੀਂ ਸਮਝਦੇ ਹਾਂ ਕਿ ਇਕੱਲਾ ਗੁਰੂ ਘਰ ਦਾ ਲੰਗਰ ਇੱਕ ਵਾਰੀ ਸਾਰਿਆਂ ਨੂੰ ਨਹੀਂ ਸੰਭਾਲ ਸਕੂਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖ-ਵੱਖ ਥਾਂ ਪਾਣੀ ਅਤੇ ਲੰਗਰ ਦਾ ਬੰਦੋਬਸਤ ਹੋ ਜੇ। ਗੱਲ ਤੁਸੀਂ ਦੀਪ ਸਿੱਧੂ ਦੀ ਕੀਤੀ ਜੀ, ਕਿਉਂਕਿ ਇਹਨਾਂ ਚੋਣਾਂ ਦੌਰਾਨ ਉਹ ਮਾਨ ਸਾਹਿਬ ਦੇ ਲਈ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਆਏ ਸੀਗੇ। ਤੁਹਾਨੂੰ ਦੀਪ ਸਿੱਧੂ ਦੇ ਜਾਣ ਦਾ ਕਿੰਨਾ ਕੁ ਨੁਕਸਾਨ ਹੋਇਆ? ਸਰ ਦੀਪ ਸਿੰਘ ਸਿੱਧੂ ਉਹ ਸ਼ਖਸ ਸਨ ਜਿਨ੍ਹਾਂ ਨੇ ਮਨ ਬਣਾ ਕੇ ਕਿਸਾਨੀ ਮੋਰਚੇ ਨੂੰ ਮੂਹਰੇ ਰੱਖਿਆ। ਉਹਦੇ ਵਿੱਚ ਉਹਨਾਂ ਨੇ ਬਹੁਤ ਔਖੇ ਦਿਨ ਵੀ ਨਿਭਾਏ, ਜਿਹਦੇ ਵਿੱਚ ਸਰਕਾਰ ਨੇ ਕੇਸ ਵੀ ਪਾਏ, ਉਹਨਾਂ ਦੇ ਉੱਤੇ ਮੁਕੱਦਮੇ ਚੱਲਦੇ ਸੀਗੇ, ਅਤੇ ਉਹ ਸਾਰੇ ਮੁਕੱਦਮਿਆਂ 'ਚੋਂ ਨਿਕਲਦੇ ਹੋਏ ਉਹਨਾਂ ਨੇ ਇੱਕ ਸੋਚ ਦੀ ਪਕੜ ਕੀਤੀ, ਜਿਹੜੀ ਸੋਚ ਆਪਣੇ ਆਜ਼ਾਦ ਹੱਕਾਂ ਦੀ ਹੈਗੀ ਹੈ ਔਰ ਹਿਊਮਨ ਰਾਈਟਸ ਦੀ ਹੈਗੀ ਹੈ। ਸੋ ਉਹਨਾਂ ਨੇ ਆਪਣੀਆਂ ਫਰੀਡਮਸ ਅਤੇ ਰਾਈਟਸ ਦੇ ਉੱਤੇ ਗੌਰ ਕਰਦਿਆਂ ਹੋਇਆਂ ਉਹ ਸੋਚ ਨਾਲ ਜੋੜਿਆ, ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੀ, ਜਿਹੜੀ ਸਰ ਸਿਮਰਨਜੀਤ ਸਿੰਘ ਮਾਨ ਤੋਰਨ ਦਾ ਯਤਨ ਕਰਦੇ ਸੀ, ਅਤੇ ਉਹਨਾਂ ਦੀ ਜਿਹੜੀ ਯੂਥ ਨਾਲ ਕਨੈਕਟ ਸੀ, ਉਹ ਇੰਨੀ ਸਰਲ ਤਰੀਕੇ ਨਾਲ ਇਹ ਚੀਜ਼ਾਂ ਉਹਨਾਂ ਨੂੰ ਸਮਝਾ ਸਕੇ ਕਿ ਯੂਥ ਦੇ ਵਿੱਚ ਇੱਕ ਬਹੁਤ ਵੱਡਾ ਉਭਾਰ ਆਇਆ। ਸੋ ਮੈਂ ਸਮਝਦਾ ਕਿ ਦੀਪ ਸਿੰਘ ਸਿੱਧੂ ਉਹ ਲਿੰਕ ਸੀਗੇ ਜਿਹੜਾ ਯੂਥ ਨੂੰ ਮੁੜ ਆਪਣੇ ਵਿਰਸੇ ਨਾਲ, ਆਪਣੇ ਹੱਕਾਂ ਨਾਲ ਅਤੇ ਆਪਣੇ ਆਜ਼ਾਦੀ ਨਾਲ ਜੋੜਦੇ ਸੀਗੇ। ਇਹਨਾਂ ਦੇ ਗਾਹਾਂ ਤੁਰਨ 'ਤੇ ਮੇਰਾ ਖਿਆਲ ਹੈ ਕਿ ਇਸ ਸੋਚ 'ਚ ਹੋਰ ਮਜ਼ਬੂਤੀ ਆਉਣੀ ਸੀ, ਅਤੇ ਇਹ ਇੱਕ ਬਹੁਤ ਵੱਡੀ ਮੇਰੇ ਹਿਸਾਬ ਨਾਲ ਇਹਨਾਂ ਨੇ ਰੋਲ ਹਜੇ ਅਦਾ ਕਰਨਾ ਸੀ ਆਪਣੇ ਕੌਮ ਵਾਸਤੇ, ਆਪਣੇ ਪੰਜਾਬ ਵਾਸਤੇ। ਅਤੇ ਇਹਨਾਂ ਦੇ ਜਾਣ ਨਾਲ ਉਹ ਜਿਹੜੀ ਅਸੀਂ ਇੱਕ ਨਵੀਂ ਪੀੜ੍ਹੀ ਦੇਖ ਰਹੇ ਸੀ ਇਸ ਸੋਚ ਨਾਲ ਜੁੜਦੀ, ਉਹਦੇ ਉੱਤੇ ਬਹੁਤ ਵੱਡੀ ਸੱਟ ਲੱਗੀ ਹੈ। ਇਸ ਤੋਂ ਪਹਿਲਾਂ ਜਦੋਂ ਪ੍ਰਚਾਰ ਕਰਨ ਲਈ ਆਏ, ਉਹਦਾ ਤੁਹਾਡੇ ਲਈ ਕਿੰਨਾ ਕੁ ਪ੍ਰਭਾਵ ਰਿਹਾ ਤੁਹਾਡੀ ਚੋਣ ਦੇ ਉੱਤੇ ਅਤੇ ਮਾਨ ਸਾਹਿਬ ਦੀ ਚੋਣ 'ਤੇ? ਦੀਪ ਸਿੰਘ ਸਿੱਧੂ ਨੇ ਇੱਕ ਔਖੀ ਸੋਚ, ਜਿਹਦੇ 'ਤੇ ਲੋਕਾਂ ਨੂੰ ਜਬਰ ਕਰ ਕਰਕੇ ਸਰਕਾਰ ਨੇ ਕੁੱਟ-ਕੁੱਟ ਕੇ ਭਜਾਤਾ ਸੀਗਾ, ਅਤੇ ਅਸੀਂ ਉੱਥੇ ਖੜ੍ਹੇ ਇਕੱਲੇ ਰਹਿ ਗਏ ਸੀਗੇ। ਅਕਾਲ ਤਖਤ 'ਤੇ ਸਹੁੰ ਚੱਕ ਕੇ ਅਮਰਿੰਦਰ ਸਿੰਘ ਜੀ ਵੀ ਭੱਜ ਗਏ, ਬਰਨਾਲਾ ਸਾਹਿਬ, ਟੌੜਾ ਸਾਹਿਬ, ਉਹ ਅਸੀਂ ਇਕੱਲੇ ਖੜ੍ਹੇ ਹਾਂ, ਜਿਹਨੂੰ ਕੋਈ ਪੁੱਛਦਾ ਨਹੀਂ ਸੀ। ਉਹਨਾਂ ਨੂੰ ਦੀਪ ਸਿੰਘ ਸਿੱਧੂ ਨੇ ਸਿਆਣ ਕੇ ਇੱਕ ਨਵੀਂ ਪੀੜ੍ਹੀ ਨਾਲ ਜੋੜਿਆ। ਇਹਨਾਂ ਦਾ ਰੋਲ ਇਹਦੇ ਵਿੱਚ ਬਹੁਤ ਵੱਡਾ ਹੈਗਾ, ਔਰ ਉਹਨਾਂ ਦੇ ਸਾਡੇ ਪ੍ਰਚਾਰ ਕਰਨ 'ਤੇ ਨਵੀਂ ਵੋਟ ਸਾਡੇ ਨਾਲ ਜੁੜੀ ਸੀ, ਨਵੀਂ ਸੋਚ ਸਾਡੇ ਨਾਲ ਉਹਨਾਂ ਨੇ ਯੰਗਸਟਰਸ ਦੀ ਉਹਨਾਂ ਨੂੰ ਨਵੀਂ ਸੋਚ ਦਿੱਤੀ ਸੀਗੀ, ਅਤੇ ਉਹਨਾਂ ਦਾ ਪ੍ਰਭਾਵ ਮੇਰਾ ਖਿਆਲ ਹੈ ਇਸ ਇਲੈਕਸ਼ਨ 'ਚ ਸਭ ਤੋਂ ਵੱਡਾ ਸਾਡੇ ਪਾਰਟੀ ਨੂੰ ਪਿਆ ਹੈਗਾ। ਔਰ ਮੈਂ ਕਹਿ ਸਕਦਾ ਕਿ ਅੱਜ ਉਹਨਾਂ ਦੇ ਪਹਿਲੇ ਦੌਰੇ ਮੇਰੇ ਕੰਸਟੀਚੁਐਂਸੀ 'ਤੇ ਲਾਏ 'ਤੇ ਮੇਰਾ ਕੰਮ ਬਹੁਤ ਅੱਗੇ ਚਲੇ ਗਿਆ ਸੀਗਾ ਚੋਣਾਂ ਦੇ ਵਿੱਚ। ਮਾਨ ਸਾਹਿਬ, ਮੈਂ ਤੁਹਾਡੇ ਕੋਲ ਇੱਕ ਗੱਲ ਇਹ ਪੁੱਛਣੀ ਚਾਹਾਂਗੇ ਕਿ ਤੁਸੀਂ ਇਕਨੋਮਿਕਸ ਦੇ ਸਟੂਡੈਂਟ ਹੋ, ਦੇਸ਼ ਦੀ ਜਿਹੜੀ ਗਰੀਬ ਵਰਗ ਹੈ ਉਹਦੇ ਬਾਰੇ ਤੁਹਾਡਾ ਕੀ ਸੋਚ ਹੈ? ਉਹ ਕਿੱਥੇ ਖੜੀ ਹੈ ਇਸ ਟਾਈਮ,
ਤੇ ਗਰੀਬ ਵਰਗ ਵਾਸਤੇ ਅਗਰ ਤੁਹਾਡੇ ਕੋਲ ਤਾਕਤ ਆਉਂਦੀ ਹੈ ਤੁਸੀਂ ਕੀ ਕਰਨਾ ਚਾਹੋਗੇ? ਮੈਂ ਸਮਝਦਾ ਹਾਂ ਕਿ ਜਿਹੜੀ ਗਰੀਬੀ ਹੈ ਉਹ ਇਕੱਲੀ ਆਰਥਿਕਤਾ ਦੇ ਵਿੱਚ ਨਹੀਂ ਹੈਗੀ। ਜਿਹੜੇ ਸਾਡੇ ਸਮਾਜ ਨੇ ਬੜੇ ਲੰਬੇ ਸਮੇਂ ਤੋਂ ਇੱਕ ਸ਼ੂਦਰ ਵਰਗ ਕਹਿ ਕੇ ਮਨੂਵਾਦੀ ਸੋਚ ਨੇ ਉਹਨਾਂ ਦੇ ਉੱਤੇ ਪ੍ਰਭਾਵ ਇਹੋ ਜਿਹਾ ਪਾਤਾ ਕਿ ਸਭ ਕੁਝ ਸਾਰੇ ਹੱਕ ਬ੍ਰਾਹਮਣਾਂ ਦੇ ਹੁੰਦੇ ਹੈ, ਛਤਰੀਆਂ ਦੇ ਹੁੰਦੇ ਹੈ, ਅਤੇ ਉਹ ਉਹਨਾਂ ਦੇ ਅਧੀਨ ਹੀ ਆਪਣੀ ਜੀਵਨ ਬਤੀਤ ਕਰਕੇ ਕੋਈ ਮਹਿਣਾ ਰੱਖਦੇ ਹੈ। ਇਹ ਜਿਹੜੀ ਗਰੀਬੀ ਹੈ ਇਹ ਲੋਕਾਂ ਦੇ ਮਨ 'ਚ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਜਿਹੜੀ ਡਰੀਮਸ ਹੈ ਉਹਦੇ ਉੱਤੇ ਇੱਕ ਕਬਜ਼ਾ ਕਰ ਲੈਂਦੀਆਂ, ਜਿਹਦੇ ਨਾਲ ਸਮਾਂ ਸੀ ਕਿ ਗਰੀਬ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਕੋਈ ਵੱਡਾ ਅਫਸਰ ਲੱਗ ਸਕਦਾ ਹੈ ਜਾਂ ਮੈਂ ਕਿਸੇ ਉੱਚ ਅਹੁਦੇ 'ਤੇ ਬੈਠ ਸਕਦਾ ਹੈਗਾ। ਮੇਰਾ ਖਿਆਲ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੋ ਇਹਦੇ ਉੱਤੇ ਸੰਵਿਧਾਨਿਕ ਤੌਰ 'ਤੇ ਹੱਕ ਦਿੱਤੇ, ਚਾਹੇ ਉਹ ਕ੍ਰਿਮੀਨਲ ਲਾਅ 'ਚ ਹੋਣ ਜੇ ਕੋਈ ਮਾੜੀ ਸ਼ਬਦਾਵਲੀ ਹੋਏ, ਚਾਹੇ ਉਹ ਐਜੂਕੇਸ਼ਨ ਰਾਈਟਸ ਜਿਹੜੇ ਆਰਟੀਕਲ 21A ਹੋਵੇ ਰਾਈਟ ਟੂ ਐਜੂਕੇਸ਼ਨ, ਚਾਹੇ ਉਹ ਆਪਾਂ ਆਰਟੀਕਲ 14-15 ਦੇ ਅਧੀਨ ਰਿਜ਼ਰਵੇਸ਼ਨ ਦੀ ਗੱਲ ਕਰਦੇ ਹੈਗੇ ਆ। ਉਹਦੇ ਨਾਲ ਜੋ ਸਦੀਆਂ ਤੋਂ ਇਹਨਾਂ ਦੀ ਓਪਰੇਸ਼ਨ ਕੀਤੀ ਗਈ ਸੀ, ਇਹਨਾਂ ਨੂੰ ਡਿਨਾਈ ਕੀਤਾ ਗਿਆ ਸੀ ਰਾਈਟ, ਉਹ ਸਾਰੇ ਜਿਹੜੇ ਹੁਣ ਇਹਨਾਂ ਨੂੰ ਮਿਲੇ ਹੈ ਉਹ ਇੱਕ ਬਹੁਤ ਵੱਡੀ ਇਹਨਾਂ ਦੇ ਵਿੱਚ ਤਬਦੀਲੀ ਲੈ ਕੇ ਆ ਸਕਦੇ ਹੈ। ਪਰ ਹਜੇ ਕੰਮ ਅਧੂਰਾ ਹੈ, ਇਹ ਹਜੇ ਹੋਰ ਵੀ ਆਪਾਂ ਨੂੰ ਇਹਦੇ ਉੱਤੇ ਰੱਖਣਾ ਪੈਣਾ। ਇਹਦੇ ਨਾਲ ਜਦ ਸਿਕਿਉਰਿਟੀ ਹੁੰਦੀ ਹੈ, ਜਦ ਗੁਰੂ ਨਾਨਕ ਸਾਹਿਬ ਦਾ ਵਚਨ ਮਾਨਸ ਕੀ ਜਦ ਸਭੀ ਹੈ ਏਕ, ਇਹ ਬਰਾਬਰਤਾ ਫੈਲ ਜਾਂਦੀ ਹੈਗੀ ਹੈ, ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਮਾਜ ਦੇ ਵਿੱਚ ਆਪਾਂ ਆਰਥਿਕਤਾ ਉਹੋ ਜਿਹੀ ਭਾਲੀਏ ਜਿਹਦੇ ਵਿੱਚ ਕੰਪੀਟੀਸ਼ਨ ਹੋਏ, ਜਿਹਦੇ ਵਿੱਚ ਜਿਹੜੇ ਇਕਨੋਮਿਕਸ ਨਿਓ ਲਿਬਰਲ ਇਕਨੋਮਿਕਸ ਦੇ ਰੂਲਸ ਹੈ ਉਹ ਅਪਲਾਈ ਹੋਣ। ਪਰ ਇਸ ਪੱਖੋਂ ਮੈਂ ਸਮਝਦਾ ਹੋਇਆ ਕਿ ਜਿਹੜੀ ਕੰਪੀਟੀਟਿਵ ਇੰਡਸਟਰੀ ਹੈ, ਸਰਵਿਸਿਜ਼ ਹੈ, ਉਹਨਾਂ ਨੂੰ ਫ੍ਰੀ ਹੱਥ ਦੇਣਾ ਚਾਹੀਦਾ ਹੈਗਾ। ਮੈਂ ਸਮਝਦਾ ਅੱਜ ਦਾ ਜਿਹੜਾ ਸੋਚ ਹੈ ਕਿ ਜ਼ਿਆਦੀਆਂ ਪਾਬੰਦੀਆਂ ਨਹੀਂ ਲਾਉਣਾ, ਇਹ ਬਹੁਤ ਚੰਗੀ ਤਰ੍ਹਾਂ ਗਰੋਥ ਕਰਾ ਸਕਦੇ ਹੈ। ਪਰ ਆਪਾਂ ਨੂੰ ਹਮੇਸ਼ਾ ਧਿਆਨ ਰੱਖਣਾ ਪੈਣਾ ਹੈ ਕਿ ਜਿਹੜਾ ਆਪਾਂ ਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਐਸਪੀਰੇਸ਼ਨਸ ਅਤੇ ਉਹਨਾਂ ਦੇ ਸੈਲਫ ਨੂੰ ਡੈਮੇਜ ਕੀਤਾ ਹੈ, ਉਹ ਆਪਾਂ ਨੇ ਹਮੇਸ਼ਾ ਸੁਧਾਰਨਾ ਹੈ ਅਤੇ ਇਸ ਪੱਖੋਂ ਸਾਡਾ ਵੈਲਫੇਅਰ ਸਟੇਟ ਦੀ ਲੋੜ ਹੈ।